ਸਾਥੀਓ ਮੇਰੇ ਚੈਨਲ ਕਮਾਲ ਸਟੱਡੀ ਪੁਆਇੰਟ ਤੇ ਜੀ ਆਇਆਂ ਨੂੰ। ਸਾਥੀਓ ਆਪਾਂ ਇਸ ਚੈਨਲ ਦੇ ਉੱਤੇ ਅੰਗਰੇਜ਼ੀ ਦੀ ਗ੍ਰਾਮਰ ਬਾਰੇ ਗੱਲਬਾਤ ਚੱਲ ਰਹੀ ਹੈ ਤੇ ਅੰਗਰੇਜ਼ੀ ਦੀ ਗ੍ਰਾਮਰ ਦੇ ਵਿੱਚ ਆਪਾਂ ਸੈਂਟੈਂਸਾਂ ਬਾਰੇ ਗੱਲ ਕਰ ਰਹੇ ਸੀ। ਸੈਂਟੈਂਸਾਂ ਦੇ ਵਿੱਚ ਆਪਾਂ ਪਹਿਲਾਂ ਸੈਂਟੈਂਸ ਦੇ ਪਾਰਟ ਪੜ੍ਹੇ, ਹੁਣ ਆਪਾਂ ਸੈਂਟੈਂਸਾਂ ਦੀਆਂ ਕਿਸਮਾਂ ਪੜ੍ਹਾਂਗੇ, ਕੀ ਕਿਸਮਾਂ ਹਨ। ਤਾਂ ਤੁਸੀਂ ਇਸ ਨੂੰ ਧਿਆਨ ਨਾਲ ਸੁਣੋ ਤੇ ਧਿਆਨ ਨਾਲ ਸੁਣੋਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਪਤਾ ਲੱਗਣਗੀਆਂ ਤੇ ਸੈਂਟੈਂਸ ਬਾਰੇ ਪੂਰੀ ਜਾਣਕਾਰੀ ਮਿਲੂਗੀ। ਤੇ ਜੇ ਤੁਹਾਨੂੰ ਇਹ ਮੇਰੀ ਵੀਡੀਓ ਚੰਗੀ ਲੱਗਦੀ ਆ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਸੈਂਟੈਂਸ ਦੀਆਂ 5 ਕਿਸਮਾਂ ਹਨ। ਨੰਬਰ 1 ਤੇ ਅਸਰਟਿਵ, ਇੰਟੈਰੋਗੇਟਿਵ, ਇੰਪੈਰੇਟਿਵ, ਆਪਟੇਟਿਵ ਤੇ ਐਕਸਕਲੇਮੇਟਿਵ। ਨੰਬਰ 1 ਤੇ ਅਸਰਟਿਵ ਸੈਂਟੈਂਸ ਔਰ ਡਿਕਲੇਰੇਟਿਵ ਔਰ ਸਟੇਟਮੈਂਟ, ਵਿਧੀ ਸੂਚਕ ਜਾਂ ਸਕਾਰਾਤਮਕ ਜਾਂ ਸਵੀਕਾਰਾਤਮਕ ਕਥਨ। ਅਸਰਟਿਵ ਸੈਂਟੈਂਸ ਦਾ ਮਤਲਬ ਇਹ ਹੋਇਆ ਵੀ ਇੱਕ ਸਧਾਰਨ ਵਾਕ, ਜਿਵੇਂ ਆਪਾਂ ਇੱਕ ਸਿੰਪਲ ਵਾਕ ਬੋਲ ਦਿੰਦੇ, ਇੱਕ ਸਿੰਪਲ ਵਾਕ ਹੋ ਗਿਆ। ਇਹਦਾ ਫਾਰਮੂਲਾ ਕੀ ਆ? ਪਹਿਲਾ ਸਬਜੈਕਟ ਪਲੱਸ ਹੈਲਪਿੰਗ ਵਰਬ ਪਲੱਸ ਆ ਗਏ ਕੰਪਲੀਮੈਂਟਸ ਅਦਰ ਵਰਡ। ਜਿਵੇਂ ਆਪਾਂ ਪਹਿਲਾ ਸਬਜੈਕਟ ਆਉਂਦਾ, ਫਿਰ ਹੈਲਪਿੰਗ ਵਰਬ ਆ ਗਿਆ, ਫਿਰ ਕੰਪਲੀਮੈਂਟ ਜੋ ਆਪਾਂ ਕਿਸੇ ਆਦਮੀ ਨੂੰ ਜਾਂ ਕਿਸੇ ਨੂੰ ਕੰਪਲੀਮੈਂਟ ਵਗੈਰਾ ਦਿੰਦੇ ਆ ਉਹ ਆ ਗਏ, ਉਹ ਅਦਰ ਵਰਡ ਵੀ ਉਹਦੇ ਵਿੱਚ ਹੋਰ ਆ ਜਾਂਦੇ ਆ। ਅਸਰਟਿਵ ਸੈਂਟੈਂਸ ਦੇ ਵਿੱਚ ਦੋ ਤਰ੍ਹਾਂ ਦੇ ਵਾਕ ਹੁੰਦੇ, ਐਫਰਮੇਟਿਵ ਤੇ ਨੈਗੇਟਿਵ। ਨੈਗੇਟਿਵ ਮਤਲਬ ਨਾਵਾਚਕ ਹੋ ਗਏ, ਐਫਰਮੇਟਿਵ ਹੋ ਗਿਆ ਇੱਕ ਸਧਾਰਨ ਵਾਕ, ਮਤਲਬ ਹਾਂ ਵਾਚਕ ਵਾਕ ਸੈਂਟੈਂਸ। ਦੂਸਰੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਅਫਰਮੇਟਿਵ ਦਾ ਮਤਲਬ ਵਿੱਚ ਕੰਮ ਹੋਣ ਦਾ ਪਤਾ ਚੱਲਦਾ ਤੇ ਨੈਗੇਟਿਵ ਸੈਂਟੈਂਸ ਦੇ ਵਿੱਚ ਕੰਮ ਨਾ ਹੋਣ ਦੀ ਸੂਚਨਾ ਮਿਲਦੀ ਹੈ। ਇਹ ਅਸਰਟਿਵ ਸੈਂਟੈਂਸ ਦੇ। ਹੁਣ ਆਪਾਂ ਅਸਰਟਿਵ ਸੈਂਟੈਂਸ ਦੇ ਜਿਹੜੇ ਸੈਂਟੈਂਸ ਬਣਾਏ ਆ ਉਹਨਾਂ ਰਾਹੀਂ ਸਮਝਾਂਗੇ ਅਫਰਮੇਟਿਵ ਤੇ ਨੈਗੇਟਿਵ ਸੈਂਟੈਂਸ ਦੇ ਵਿੱਚ ਫਰਕ ਕੀ ਹੈ। ਜਿਵੇਂ ਇੰਡੀਆ ਇਜ਼ ਏ ਵਾਸਟ ਕੰਟਰੀ, ਇਹ ਇੱਕ ਸਧਾਰਨ ਵਾਕ ਹੋ ਗਿਆ ਅਫਰਮੇਟਿਵ ਹਾਂ ਵਾਚਕ। ਜਾਂ ਆਈ ਲਵ ਆਈਸਕ੍ਰੀਮ, ਇਹ ਵੀ ਅਫਰਮੇਟਿਵ ਹੋ ਗਿਆ। ਮਾਈ ਫਾਦਰ ਡਜ਼ ਨਾਟ ਟੇਕ ਬੈਡ ਟੀ, ਇਹ ਹੋ ਗਿਆ ਨੈਗੇਟਿਵ, ਮਤਲਬ ਜਾਣੀ ਕਿ ਉਹ ਸਵੇਰ ਦੀ ਚਾਹ ਨਹੀਂ ਲੈਂਦੇ। ਜਾਂ ਸ਼ੀ ਨੈਵਰ ਵੇਸਟ ਹਰ ਟਾਈਮ, ਮਤਲਬ ਉਸ ਨੂੰ ਆਪਣਾ ਟਾਈਮ ਖਰਾਬ ਨਹੀਂ ਕਰਨਾ ਚਾਹੀਦਾ ਸੀ, ਤਾਂ ਇਹ ਆ ਗਿਆ ਨੈਗੇਟਿਵ ਸੈਂਟੈਂਸ। ਅੱਗੇ ਨੰਬਰ 2 ਤੇ ਆ ਗਏ ਇੰਟੈਰੋਗੇਟਿਵ ਸੈਂਟੈਂਸ, ਜਿਸ ਨੂੰ ਆਪਾਂ ਪ੍ਰਸ਼ਨਵਾਚਕ ਸੈਂਟੈਂਸ ਵੀ ਕਹਿੰਦੇ ਹਾਂ। ਥੀਸ ਸੈਂਟੈਂਸਸ ਆਰ ਯੂਜ਼ਡ ਟੂ ਆਸਕ ਏ ਕੁਐਸਚਨ ਔਰ ਟੂ ਮੇਕ ਏ ਇਨਕੁਆਇਰੀ। ਇਹਦੇ ਵਿੱਚ ਆਪਾਂ ਇਹ ਜਿਵੇਂ ਗੱਲ ਕਰ ਰਿਹਾ ਵੀ ਇਹ ਉਹ ਵਾਕ ਹੁੰਦੇ ਆ, ਇਹ ਉਹ ਸੈਂਟੈਂਸ ਹੁੰਦੇ ਆ ਜਿਨ੍ਹਾਂ ਵਿੱਚ ਕੁਐਸਚਨ ਪੁੱਛੇ ਜਾਂਦੇ ਆ ਜਾਂ ਕੋਈ ਇਨਕੁਆਇਰੀ ਕੀਤੀ ਜਾਂਦੀ ਹੈ। ਇੰਟੈਰੋਗੇਟਿਵ ਦੇ ਵਿੱਚ ਦੋ ਤਰ੍ਹਾਂ ਦੇ ਸੈਂਟੈਂਸ ਆ, ਯੈਸ ਔਰ ਨੋ ਕੁਐਸਚਨ ਵਾਲੇ ਤੇ WH ਵਾਲੇ ਕੁਐਸਚਨ ਹੁੰਦੇ ਆ। ਨੰਬਰ 1 ਤੇ ਯੈਸ ਨੋ ਕੁਐਸਚਨ ਵਾਲੇ ਹੁੰਦੇ ਆ ਵੈਨ ਦਾ ਆਨਸਰ ਟੂ ਦਾ ਕੁਐਸਚਨ ਕੈਨ ਬੀ ਆਈਦਰ ਯੈਸ ਔਰ ਨੋ, ਵੀ ਇਹ ਉਹ ਹੁੰਦੇ ਆ ਕੁਐਸਚਨ ਜਿਹਦੇ ਵਿੱਚ ਯੈਸ ਜਾਂ ਨੋ ਦੇ ਵਿੱਚ ਜਵਾਬ ਦਿੱਤਾ ਜਾਂਦਾ ਹੈ। ਇਹ ਇੰਟੈਰੋਗੇਟਿਵ ਸੈਂਟੈਂਸ ਇਸ ਤਰ੍ਹਾਂ ਦੇ ਹੁੰਦੇ ਆ, ਇਸ ਤਰ੍ਹਾਂ ਦੇ ਇਹਨਾਂ ਨੂੰ ਕੁਐਸਚਨ ਪੁੱਛੇ ਜਾਂਦੇ ਆ। ਇੰਟੈਰੋਗੇਟਿਵ ਸੈਂਟੈਂਸ ਦੇ ਵਿੱਚ ਇੱਕ ਗੱਲ ਯਾਦ ਰੱਖਣ ਵਾਲੀ ਆ, ਸੈਂਟੈਂਸ ਦੇ ਆਖਰ ਦੇ ਵਿੱਚ ਕੁਐਸਚਨ ਮਾਰਕ ਚਿੰਨ੍ਹ ਜ਼ਰੂਰ ਲਵਾਇਆ ਜਾਂਦਾ ਹੈ। ਇਸ ਨੂੰ ਸਾਈਨ ਆਫ ਇੰਟੈਰੋਗੇਟਿਵ ਵੀ ਕਿਹਾ ਜਾਂਦਾ ਹੈ ਤੇ ਪੰਜਾਬੀ ਵਿੱਚ ਇਹਨੂੰ ਪ੍ਰਸ਼ਨਵਾਚਕ ਚਿੰਨ੍ਹ ਕਹਿੰਦੇ ਹਨ। ਤੇ ਇਸ ਨੂੰ ਆਪਾਂ ਜੇ ਪੰਜਾਬੀ ਵਿੱਚ ਡਾਇਰੈਕਟ ਪੰਜਾਬੀ 'ਚ ਕਹਿਣਾ ਹੋਵੇ ਤਾਂ ਇਸ ਨੂੰ ਯਾਦ ਰੱਖਣ ਵਾਲੀ ਇੱਕ ਗੱਲ ਆ ਵੀ ਸੈਂਟੈਂਸ ਦੇ ਅੰਤ ਵਿੱਚ ਕੜਛੀ ਜ਼ਰੂਰ ਲਾਈ ਜਾਂਦੀ ਹੈ, ਕੜਛੀ ਥੱਲੇ ਗੰਢਾ, ਯਾਦ ਰੱਖਿਆ ਜੋ ਕੜਛੀ ਥੱਲੇ ਗੰਢਾ ਜ਼ਰੂਰ ਲਾਇਆ ਜਾਂਦਾ ਹੈ। ਜਿਸ ਸੈਂਟੈਂਸ ਦੇ ਪਿੱਛੇ ਕੜਛੀ ਥੱਲੇ ਗੰਢਾ ਲੱਗਾ ਹੋਵੇ ਤਾਂ ਉਹ ਇੰਟੈਰੋਗੇਟਿਵ ਸੈਂਟੈਂਸ ਹੋਊਗਾ, ਪ੍ਰਸ਼ਨਵਾਚਕ ਸੈਂਟੈਂਸ ਹੋਵੇਗਾ। ਪ੍ਰਸ਼ਨਵਾਚਕ ਸੈਂਟੈਂਸ ਦਾ ਜਿਹੜਾ ਫਾਰਮੂਲਾ ਹੈਗਾ ਹੈਲਪਿੰਗ ਵਰਬ ਪਲੱਸ ਸਬਜੈਕਟ ਪਲੱਸ ਵਰਬ ਤੇ ਪਲੱਸ ਕੰਪਲੀਮੈਂਟ ਤੇ ਪਲੱਸ ਸਾਈਨ ਆਫ ਇੰਟੈਰੋਗੇਟਿਵ। ਇਹਦੀਆਂ ਐਗਜ਼ਾਮਪਲਾਂ ਆਪਾਂ ਕੀ ਕਰਦੇ ਹਾਂ, ਡੂ ਯੂ ਲਾਈਕ ਕੌਫੀ ਕੁਐਸਚਨ ਮਾਰਕ। ਫਿਰ ਨੰਬਰ B ਤੇ ਆ ਗਿਆ ਕੈਨ ਸ਼ੀ ਡਰਾਈਵ ਏ ਕਾਰ। ਇਹਨਾਂ ਸੈਂਟੈਂਸਾਂ ਦੇ ਵਿੱਚ ਡੂ ਅਤੇ ਕੈਨ ਹੈਲਪਿੰਗ ਵਰਬ ਆ ਜਿਹੜਾ ਉਹ ਸਬਜੈਕਟ ਤੋਂ ਪਹਿਲਾਂ ਆਇਆ, ਇਸ ਕਰਕੇ ਇਹ ਇੰਟੈਰੋਗੇਟਿਵ ਸੈਂਟੈਂਸ ਹਨ। ਇਹਨਾਂ ਵਿੱਚ ਕਿਹੜੇ ਕਿਹੜੇ ਹੈਲਪਿੰਗ ਵਰਬ ਜਿਹੜੇ ਪਹਿਲਾਂ ਆਉਂਦੇ ਆ ਤਾਂ ਜਿਨ੍ਹਾਂ ਨਾਲ ਇੰਟੈਰੋਗੇਟਿਵ ਸੈਂਟੈਂਸ ਬਣਦਾ, ਇਜ਼, ਐਮ, ਆਰ, ਵਾਜ਼, ਵਰ, ਡੂ, ਡਜ਼, ਡਿਡ, ਹੈਜ਼, ਹੈਵ, ਹੈਡ, ਕੈਨ, ਕੁਡ, ਮੇ, ਮਾਈਟ, ਵੈਲ, ਵੁੱਡ,
ਸ਼ੈਲ, ਸ਼ੁੱਡ, ਮਸਟ, ਨੀਡ, ਡੇਅਰ ਤੇ ਹੋਰ ਵੀ ਇਸ ਤਰ੍ਹਾਂ ਦੇ ਹੈਲਪਿੰਗ ਵਰਬ ਹੋ ਸਕਦੇ ਹਨ। ਅੱਗੇ ਆਪਾਂ ਇਹਨਾਂ ਦੀਆਂ ਕੁਝ ਉਦਾਹਰਨਾਂ ਕਰਦੇ ਹਾਂ। ਨੰਬਰ 1 ਤੇ ਇਜ਼ ਹੀ ਏ ਟੀਚਰ, ਯੈਸ ਹੀ ਇਜ਼। ਹੁਣ ਆਪਾਂ ਜਿਹੜਾ ਇਜ਼ ਹੀ ਏ ਟੀਚਰ ਦੇ ਵਿੱਚ ਮੈਂ ਤੁਹਾਨੂੰ ਫਾਰਮੂਲਾ ਸਮਝਾਉਣਾ ਕੀ ਆ। ਇਜ਼ ਹੈਲਪਿੰਗ ਵਰਬ ਆ ਗਿਆ, ਹੀ ਸਬਜੈਕਟ ਆ ਗਿਆ, ਏ ਵੀ ਇੱਕ ਹੈਲਪਿੰਗ ਵਰਬ ਆ ਗਿਆ, ਏ ਟੀਚਰ ਦਾ ਅੱਗੇ ਕੰਪਲੀਮੈਂਟ ਆ ਗਿਆ। ਇਸ ਨੂੰ ਆਪਾਂ ਆਬਜੈਕਟ ਵੀ ਕਹਿ ਸਕਦੇ ਹਾਂ। ਇਹ ਟੀਚਰ ਨੂੰ ਆਬਜੈਕਟ ਵੀ ਕਿਹਾ ਜਾਂਦਾ, ਪਰ ਇਸ ਵਿੱਚ ਵਰਬ ਨਹੀਂ ਆਇਆ। ਇਹ ਇੱਕ ਸਿੰਪਲ ਸੈਂਟੈਂਸ ਬਣ ਗਿਆ ਇਹ, ਪਰ ਹੋਇਆ ਇਹ ਇੰਟੈਰੋਗੇਟਿਵ ਸੈਂਟੈਂਸ। ਹੁਣ ਆਪਾਂ ਜਿਵੇਂ ਇਜ਼ ਹੀ ਏ ਟੀਚਰ, ਯੈਸ ਹੀ ਇਜ਼, ਨੋ ਹੀ ਇਜ਼ ਨੋਟ, ਮਤਲਬ ਕੀ ਉਹ ਟੀਚਰ ਹੈ। ਯੈਸ ਹੀ ਇਜ਼ ਮਤਲਬ ਯਾਨੀ ਕਿ ਹਾਂ ਹੋ ਸਕਦਾ। ਨੋ ਹੀ ਇਜ਼ ਨੋਟ ਨਹੀਂ ਉਹ ਨਹੀਂ ਹੈ। ਵੀ ਦੋ ਤਰ੍ਹਾਂ ਦੇ ਇਹਦੇ ਜਵਾਬ ਆਪਾਂ ਦੇ ਦਿੱਤੇ। ਐਮ ਆਈ ਲੇਟ, ਯੈਸ ਯੂ ਆਰ, ਨੋ ਯੂ ਆਰ ਨੋਟ। ਨੰਬਰ 3 ਤੇ ਆਰ ਦੇ ਵਰਕਰ, ਯੈਸ ਦੇ ਆਰ, ਨੋ ਦੇ ਆਰ ਨੋਟ। ਵਾਜ਼ ਹੀ ਪ੍ਰੈਜੈਂਟ, ਯੈਸ ਹੀ ਵਾਜ਼, ਨੋ ਹੀ ਵਾਜ਼ ਨੋਟ। ਵੇਅਰ ਦੇ ਹੈਪੀ, ਯੈਸ ਦੇ ਵਰ, ਨੋ ਦੇ ਵਰ ਨੋਟ। ਨੰਬਰ 6 ਤੇ ਆ ਗਿਆ ਡੂ ਯੂ ਬਲੀਵ ਇਨ ਗੋਡ, ਯੈਸ ਆਈ ਡੂ, ਨੋ ਆਈ ਡੋਂਟ। ਡਜ਼ ਰਹੀਮ ਲਿਵ ਹੇਅਰ, ਯੈਸ ਹੀ ਡਜ਼, ਨੋ ਹੀ ਡਜ਼ ਨੋਟ। ਨੰਬਰ 8 ਤੇ ਡਿਡ ਯੂ ਲਾਈਕ ਦਾ ਫਿਲਮ, ਯੈਸ ਆਈ ਡਿਡ, ਨੋ ਡਿਡ ਨੋਟ। ਹੈਜ਼ ਸ਼ੀ ਪਾਸਡ ਦਾ ਟੈਸਟ, ਯੈਸ ਸ਼ੀ ਹੈਜ਼, ਨੋ ਸ਼ੀ ਹੈਜ਼ ਨੋਟ। ਨੰਬਰ 10 ਤੇ ਹੈਵ ਯੂ ਕਲੀਅਰਡ ਦਾ ਡਿਊਜ਼, ਯੈਸ ਆਈ ਹੈਵ, ਨੋ ਆਈ ਹੈਵ ਨੋਟ। ਨੰਬਰ 11 ਹੈਡ ਦਾ ਥੀਫ ਬਿਨ ਕੌਟ, ਯੈਸ ਹੀ ਹੈਡ ਬਿਨ, ਨੋ ਹੀ ਹੈਡ ਨੋਟ ਬਿਨ। ਨੰਬਰ 12 ਕੈਨ ਯੂ ਪਲੇ ਚੈਸ, ਯੈਸ ਆਈ ਕੈਨ, ਨੋ ਆਈ ਕੈਨ ਨੋਟ। ਨੰਬਰ 13 ਕੁਡ ਹੀ ਕਲੀਅਰ ਦਾ ਟੈਸਟ, ਯੈਸ ਹੀ ਕੁਡ, ਨੋ ਹੀ ਕੁਡ ਨੋਟ। ਨੰਬਰ 14 ਮੇ ਆਈ ਕਮਨ ਸਰ, ਯੈਸ ਯੂ ਮੇ, ਨੋ ਯੂ ਮੇ ਨੋਟ। ਨੰਬਰ 15 ਮਾਈਟ ਹੀ ਬੀ ਬਿਜ਼ੀ, ਯੈਸ ਹੀ ਮਾਈਟ ਬੀ, ਨੋ ਹੀ ਮਾਈਟ ਨੋਟ ਬੀ। ਨੰਬਰ 16 ਵੈਲ ਯੂ ਗੋ ਵਿਦ ਅਸ, ਯੈਸ ਆਈ ਵਿਲ, ਨੋ ਆਈ ਵਿਲ ਨੋਟ। ਨੰਬਰ 17 ਵੁੱਡ ਯੂ ਹੈਲਪ ਮੀ, ਯੈਸ ਆਈ ਵੁੱਡ, ਨੋ ਆਈ ਵੁੱਡ ਨੋਟ। ਨੰਬਰ 18 ਸ਼ੈਲ ਵੀ ਹੈਲਪ ਦੈਮ, ਯੈਸ ਵੀ ਸ਼ੈਲ, ਨੋ ਵੀ ਸ਼ੈਲ ਨੋਟ। ਨੰਬਰ 19 ਸ਼ੁੱਡ ਆਈ ਫੀਲ ਸੌਰੀ, ਯੈਸ ਯੂ ਸ਼ੁੱਡ, ਨੋ ਯੂ ਸ਼ੁੱਡ ਨੋਟ। ਨੰਬਰ 20 ਮਸਟ ਵੀ ਅਬੇ ਦਾ ਰੂਲ, ਯੈਸ ਵੀ ਮਸਟ, ਨੋ ਵੀ ਮਸਟ ਨੋਟ। ਨੰਬਰ 21 ਨੀਡ ਵੀ ਬ੍ਰਦਰ ਫॉर ਅਦਰ, ਯੈਸ ਵੀ ਡੂ ਨੀਡ, ਨੋ ਵੀ ਨੀਡ ਨੋਟ। ਨੰਬਰ 22 ਡਜ਼ ਹੀ ਸਪਾਰਕ ਅਗੇਂਸਟ ਯੂ, ਯੈਸ ਹੀ ਡਜ਼ ਡੇਅਰ, ਨੋ ਹੀ ਡਜ਼ ਨੋਟ ਡੇਅਰ। ਸਾਥੀਓ ਇੱਥੇ ਆਪਾਂ ਉਹਨਾਂ ਸੈਂਟੈਂਸਾਂ ਦੀ ਗੱਲ ਕਰਾਂਗੇ ਜਿਹੜੇ WH ਨਾਲ ਸ਼ੁਰੂ ਹੁੰਦੇ ਹਨ। ਉਹ ਸੈਂਟੈਂਸ ਜਿਹੜੇ ਆਪਾਂ ਹੁਣ ਗੱਲ ਤੇ ਕਰ ਰਹੇ ਹਾਂ ਇੰਟੈਰੋਗੇਟਿਵ ਸੈਂਟੈਂਸ, ਜਿਹੜੇ ਪ੍ਰਸ਼ਨਵਾਚਕ ਸੈਂਟੈਂਸ, ਤੇ ਜਿਹੜੇ WH ਨਾਲ ਕੁਐਸਚਨ ਜਿਹੜੇ ਸਟਾਰਟ ਹੁੰਦੇ ਆ ਉਹਨਾਂ ਦੇ ਵਿੱਚ ਆਉਂਦੇ ਆ ਵਟ, ਵੈਨ, ਵੇਅਰ, ਵਾਈ, ਹੂ, ਹੂਮ, ਹੂਜ਼, ਵਿਚ ਐਟਸੈਟਰਾ। ਅੱਗੇ ਆ ਗਿਆ ਨੰਬਰ 20 ਤੇ ਸਮ ਕੁਐਸਚਨ ਸਟਾਰਟ ਵਿਦ ਦੀਜ਼ ਵਰਡ। ਕੁਝ ਕੁਐਸਚਨ ਜਿਹੜੇ ਇਹਨਾਂ ਸ਼ਬਦਾਂ ਨਾਲ ਜਿਹੜੇ ਸ਼ਬਦਾਂ ਨਾਲ ਸਟਾਰਟ ਹੁੰਦੇ ਹਨ, ਜਿਵੇਂ ਹਾਊ ਮੱਚ, ਹਾਊ ਮੈਨੀ, ਹਾਊ ਔਫਨ, ਹਾਊ ਲੌਂਗ ਐਟਸੈਟਰਾ। ਇਹਦਾ ਫਾਰਮੂਲਾ ਕੀ ਆ? ਵਟ, ਵੈਨ, ਵੇਅਰ, ਹਾਊ ਐਟਸੈਟਰਾ। ਇਸ ਤਰ੍ਹਾਂ ਫਿਰ ਆਊਗਾ ਹੈਲਪਿੰਗ ਵਰਬ, ਫਿਰ ਆਊਗਾ ਸਬਜੈਕਟ, ਫਿਰ ਵਰਬ ਤੇ ਫਿਰ ਕੰਪਲੀਮੈਂਟ, ਜਿਹਨੂੰ ਆਬਜੈਕਟ ਵੀ ਕਿਹਾ ਜਾਂਦਾ ਹੈ। ਅੱਗੇ ਆਪਾਂ ਕੁਝ ਉਦਾਹਰਨਾਂ ਕਰਦੇ ਹਾਂ, ਜਿਵੇਂ ਵਟ ਡੂ ਯੂ ਲਾਈਕ। ਜਿਵੇਂ ਵਟ ਇਹਦੇ 'ਚ ਕੀ ਆ ਗਿਆ? WH ਵਾਲਾ ਆ ਗਿਆ ਹੈਲਪਿੰਗ ਵਰਬ, ਫਿਰ ਡੂ ਆ ਗਿਆ ਹੈਲਪਿੰਗ ਵਰਬ ਆ ਗਿਆ, ਯੂ ਸਬਜੈਕਟ ਆ ਗਿਆ, ਅਤੇ ਲਾਈਕ ਇਹਦੇ ਵਿੱਚ ਵਰਬ ਆ ਗਿਆ। ਇਹਦੇ ਵਿੱਚ ਕੰਪਲੀਮੈਂਟ ਹੈ ਨਹੀਂ ਗਾ, ਅਤੇ ਇਸ ਕਰਕੇ ਆਪਾਂ ਇਸ ਤੋਂ ਲਾਈਕ ਤੋਂ ਬਾਅਦ ਆਪਾਂ ਆਬਜੈਕਟ ਲਾ ਸਕਦੇ ਹਾਂ, ਜਿਵੇਂ ਲਾਈਕ ਫਰੈਂਡ, ਲਾਈਕ ਮੈਂਗੋ, ਇਸ ਤਰ੍ਹਾਂ ਵੀ ਉਹ ਆਬਜੈਕਟ ਜਾਂ ਕੰਪਲੀਮੈਂਟ ਆ ਜਾਂਦਾ। ਜਿਵੇਂ ਹੁਣ ਆਈ ਲਾਈਕ ਆਈਸਕ੍ਰੀਮ, ਇਹਦਾ ਆਂਸਰ ਆ ਗਿਆ। ਇਸ ਤੋਂ ਬਾਅਦ ਨੰਬਰ 2 'ਤੇ ਆ ਗਿਆ ਵੈਨ ਡੂ ਯੂ ਗੋ ਟੂ ਸਕੂਲ, ਆਈ ਗੋ ਟੂ ਸਕੂਲ 7 AM। ਵੇਅਰ ਡੂ ਯੂ ਲਿਵ, ਆਈ ਲਿਵ ਇਨ ਆਦਰਸ਼ ਨਗਰ। ਵਾਈ ਡੂ ਯੂ
do exercise, I do exercise to keep fit. Who is your best friend? Avatar is my best friend. Whom do you like? I like my parents. नंबर 7 ਤੇ ਆ ਗਿਆ, whose house is that? It is my uncle's house. Which books do you read? I read science books. ਨੰਬਰ 9 ਤੇ ਆ ਗਿਆ, how do you keep fit? I keep fit by doing yoga. ਨੰਬਰ 10 ਤੇ ਆ ਗਿਆ, how long can you wait? I can wait for an hour. ਸਾਥੀਓ ਆਪਾਂ ਹੁਣ ਗੱਲ ਕਰਦੇ ਹਾਂ ਵਟ ਵੈਨ ਦਾ ਕੀ ਮਤਲਬ ਹੁੰਦਾ। ਵਟ ਦਾ ਪ੍ਰਯੋਗ ਵਸਤੂ ਦੀ ਪਹਿਚਾਣ ਜਾਂ ਵਿਅਕਤੀ ਦੇ ਪ੍ਰੋਫੈਸ਼ਨ ਮਤਲਬ ਕਿੱਤਾ ਦੱਸਣ ਲਈ। ਵੈਨ ਦਾ ਪ੍ਰਯੋਗ ਸਮਾਂ ਦੱਸਣ ਲਈ। ਵੇਅਰ ਦਾ ਪ੍ਰਯੋਗ ਸਥਾਨ ਦੱਸਣ ਲਈ। ਵਾਈ ਦਾ ਪ੍ਰਯੋਗ ਕਾਰਨ ਦੱਸਣ ਲਈ। ਹੂਮ ਹੂਜ਼ ਦਾ ਪ੍ਰਯੋਗ ਵਿਅਕਤੀ ਦੀ ਆਇਡੈਂਟੀਟੀ ਪਹਿਚਾਣ ਦੱਸਣ ਲਈ। ਵਿੱਚ ਦਾ ਪ੍ਰਯੋਗ ਸਿਲੈਕਸ਼ਨ ਨਿਯੁਕਤੀ ਦੱਸਣ ਲਈ। ਹਾਓ ਦਾ ਪ੍ਰਯੋਗ ਵਿਧੀ ਮਤਲਬ ਮੈਥਡ, ਦਸ਼ਾ ਮਤਲਬ ਮੈਨਰ, ਤਰੀਕਾ ਮਤਲਬ ਸਟਾਈਲ ਦੱਸਣ ਲਈ। ਹਾਓ ਮੱਚ ਦਾ ਪ੍ਰਯੋਗ ਮਾਤਰਾ ਦੱਸਣ ਲਈ ਅਤੇ ਹਾਓ ਮੈਨੀ ਦਾ ਪ੍ਰਯੋਗ ਗਿਣਤੀ ਦੱਸਣ ਲਈ ਕੀਤਾ ਜਾਂਦਾ ਹੈ। ਅੱਗੇ ਆਪਾਂ ਕੁਐਸਚਨ ਟੈਗਸ ਬਾਰੇ ਗੱਲ ਕਰਦੇ ਹਾਂ। ਕੀ ਹੁੰਦੇ ਨੇ ਕੁਐਸਚਨ ਟੈਗਸ? ਇਨ ਆਵਰ ਡੇਲੀ ਟਾਸਕ ਕਨਵਰਸੇਸ਼ਨ ਵੀ ਮੇਕ ਸਰਟੇਨ ਸਟੇਟਮੈਂਟ ਐਂਡ ਦੇ ਟਰਾਈ ਟੂ ਗੈਟ ਦਾ ਕਨਫਰਮੇਸ਼ਨ ਫਰੋਮ ਦਾ ਲਿਸਨਰ ਇਨ ਦਾ ਸ਼ੇਪ ਆਫ ਏ ਸ਼ਾਰਟ ਕੁਐਸਚਨ that is a called question tag। ਮਤਲਬ ਸਾਡੀ ਰੋਜ਼ਾਨਾ ਗੱਲਬਾਤ ਵਿੱਚ ਅਸੀਂ ਹਰ ਗੱਲ ਕਹਿ ਕੇ ਅਕਸਰ ਉਸ ਦੀ ਸਵੀਕ੍ਰਿਤੀ ਮਤਲਬ ਯਾਨੀ ਕਿ ਉਸ ਦਾ ਮਤਲਬ ਯਾਨੀ ਕਿ ਵੀ ਇਹ ਸਹੀ ਹੈ ਜਾਂ ਗਲਤ ਪੁੱਛਣ ਦੇ ਲਈ ਕੁਝ ਸਵਾਲ ਪੁੱਛਦੇ ਹਾਂ ਤਾਂ ਉਸ ਨੂੰ ਅਸੀਂ ਕੁਐਸਚਨ ਟੈਗ ਕਿਹਾ ਜਾਂਦਾ ਹੈ। ਜਿਵੇਂ ਆਪਾਂ ਐਗਜ਼ਾਮਪਲ ਲੈਂਦੇ ਹਾਂ, ਸ਼ੀ ਇਜ਼ ਏ ਨਾਈਸ ਗਰਲ, ਇਜ਼ ਨਾਟ ਸ਼ੀ? ਉਹ ਇੱਕ ਵਧੀਆ ਕੁੜੀ ਹੈ, ਕੀ ਉਹ ਨਹੀਂ ਹੈ? ਹੀ ਵਿਲ ਨਾਟ ਚੀਟ ਯੂ, ਵਿਲ ਹੀ? ਉਹ ਤੁਹਾਨੂੰ ਧੋਖਾ ਨਹੀਂ ਦੇਵੇਗਾ, ਕੀ ਉਹ ਦੇਵੇਗਾ? ਤੁਸੀਂ ਦੇਖੋ ਆਪਾਂ ਜਿਹੜੀਆਂ ਦੋ ਉਦਾਹਰਨਾਂ ਲਈਆਂ ਉਹਦੇ ਵਿੱਚ ਜਿਹੜਾ ਆਪਾਂ ਅਗਲੇ ਤੋਂ ਸਵਾਲ ਪੁੱਛਿਆ ਤਾਂ ਉਹਨੂੰ ਪੱਕਾ ਕਰਨ ਲਈ ਫਿਰ ਉਹ ਦੂਰੀ ਵਾਰ ਸਵਾਲ ਪੁੱਛਿਆ, ਡਬਲ ਸਵਾਲ ਪੁੱਛਿਆ ਤਾਂ ਜਿਵੇਂ ਇਜ਼ ਨਾਟ ਸ਼ੀ, ਯੂ, ਵਿਲ ਹੀ, ਇਹ ਜਿਹੜੀ ਚੀਜ਼ਾਂ ਹੈਗੀਆਂ ਇਹਨੂੰ ਕੁਐਸਚਨ ਟੈਗਸ ਕਿਹਾ ਜਾਂਦਾ ਹੈ। ਕੁਐਸਚਨ ਟੈਗ ਦੇ ਕੀ ਰੂਲ ਹਨ ਉਹ ਅੱਗੇ ਆਪਾਂ ਪੜ੍ਹਦੇ ਹਾਂ। ਨੰਬਰ 1, ਇਫ ਦਾ ਸਟੇਟਮੈਂਟ ਇਜ਼ ਪੋਜ਼ਿਟਿਵ ਦਾ ਕੁਐਸਚਨ ਟੈਗ ਸ਼ੁੱਡ ਬੀ ਨੈਗੇਟਿਵ ਐਂਡ ਵਾਈਸ ਵਰਸਾ। ਇਹਦਾ ਮੀਨਿੰਗ ਇਹ ਹੋ ਗਿਆ ਵੀ ਜੇ ਸਟੇਟਮੈਂਟ ਪੋਜ਼ਿਟਿਵ ਹੋਊਗੀ ਤਾਂ ਜਿਹੜਾ ਟੈਗ ਆ ਉਹ ਨੈਗੇਟਿਵ ਹੋਵੇਗਾ। ਇਸੇ ਤਰ੍ਹਾਂ ਇਹਦੇ ਉਲਟ ਜੇ ਸਟੇਟਮੈਂਟ ਨੈਗੇਟਿਵ ਹੋਊਗੀ ਤਾਂ ਜਿਹੜਾ ਕੁਐਸਚਨ ਟੈਗ ਹੋਊਗਾ ਉਹ ਪੋਜ਼ਿਟਿਵ ਹੋਊਗਾ। ਨੰਬਰ 2, ਦਾ ਹੈਲਪਿੰਗ ਵਰਬ ਆਫ ਦਾ ਸੇਮ ਟੈਂਸ ਐਜ਼ ਇਨ ਦਾ ਸਟੇਟਮੈਂਟ ਸ਼ੁੱਡ ਬੀ ਯੂਜ਼ਡ। ਇਸ ਦਾ ਮੀਨਿੰਗ ਹੋ ਗਿਆ ਜਿਹੜਾ ਹੈਲਪਿੰਗ ਵਰਬ ਆ ਉਸੇ ਨੂੰ ਹੀ ਕੁਐਸਚਨ ਟੈਗ ਕਿਹਾ ਜਾਂਦਾ ਹੈ। ਨੰਬਰ 3, ਦਾ ਕੰਪਰੈਸਡ ਫਰੋਮ ਦਾ ਹੈਲਪਿੰਗ ਵਰਬ ਸ਼ੁੱਡ ਬੀ ਯੂਜ਼ਡ ਇਫ ਦਾ ਕੁਐਸਚਨ ਟੈਗ ਇਜ਼ ਨੈਗੇਟਿਵ। ਇਸ ਦਾ ਮੀਨਿੰਗ ਹੈ ਜੇ ਕੁਐਸਚਨ ਟੈਗ ਨੈਗੇਟਿਵ ਹੋਇਆ ਤਾਂ ਜਿਹੜਾ ਹੈਗਾ ਹੈਲਪਿੰਗ ਵਰਬ ਆ ਉਹਨੂੰ ਸੰਖੇਪ ਰੂਪ ਵਿੱਚ ਲਿਖਿਆ ਜਾਵੇਗਾ। ਜਿਵੇਂ ਕਿ ਇਜ਼ ਨਾਟ ਤਾਂ ਇਹਨੂੰ ਇਜ਼ ਨਾਟ ਇਨਵਰਟਡ ਕੌਮਾ ਤਾਂ ਫਿਰ ਟੀ ਪਾ ਦੇਣੀ। ਇਸੇ ਤਰ੍ਹਾਂ ਵੈਲ ਨਾਟ ਨੂੰ ਕਿਵੇਂ ਪਾਉਣਾ? WON ਵੌਨ ਅਤੇ ਉੱਤੇ ਇੱਕ ਇਨਵਰਟਡ ਕੌਮਾ ਫਿਰ ਟੀ ਪਾ ਦੇਣੀ। ਤਾਂ ਇਸ ਤਰ੍ਹਾਂ ਹੋ ਗਿਆ ਸੰਖੇਪ ਰੂਪ ਵਿੱਚ ਲਿਖਿਆ ਜਾਊਗਾ ਜੇਕਰ ਕੁਐਸਚਨ ਟੈਗ ਨੈਗੇਟਿਵ ਹੋਇਆ। ਨੰਬਰ 4, ਦਾ ਪ੍ਰੋਪਰ ਨੇਮ ਇਨ ਦਾ ਸਟੇਟਮੈਂਟ ਇਜ਼ ਚੇਂਜਡ ਇਨਟੂ ਦਾ ਪ੍ਰੋਨਾਊਨ ਇਨ ਦਾ ਕੁਐਸਚਨ ਟੈਗ। ਐਗਜ਼ਾਮਪਲ, ਰਮਨ ਹੀ, ਗੀਤਾ ਸ਼ੀ। ਕੁਐਸਚਨ ਟੈਗ ਵਿੱਚ ਜਿਹੜਾ ਪ੍ਰੋਪਰ ਨੇਮ ਆ ਉਹ ਪੜਨਾਮ ਦੇ ਰੂਪ ਵਿੱਚ ਬਦਲ ਜਾਂਦਾ, ਜਿਵੇਂ ਰਮਨ ਦਾ ਹੀ ਅਤੇ ਗੀਤਾ ਦਾ ਸ਼ੀ। ਅੱਗੇ ਆਪਾਂ ਕੁਝ ਉਦਾਹਰਨਾਂ ਕਰਦੇ ਹਾਂ। ਨੰਬਰ 1, ਇੰਡੀਆ ਇਜ਼ ਦਾ ਬਿਗੈਸਟ ਡੈਮੋਕਰੇਸੀ। ਅੱਗੇ ਆਪਾਂ ਇਹਦਾ ਕੁਐਸਚਨ ਟੈਗ ਬਣਾਉਂਦੇ ਹਾਂ, ਇੰਡੀਆ ਇਜ਼ ਦਾ ਬਿਗੈਸਟ ਡੈਮੋਕਰੇਸੀ
ਇਜ਼ ਨਾਟ ਇਟ। ਇੰਡੀਆ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਨਹੀਂ ਹੈ। ਇਹਦੇ ਵਿੱਚ ਦੇਖੋ ਇਜ਼ ਨਾਟ ਇਟ, ਇਹ ਕੀ ਆ ਗਿਆ, ਇੱਕ ਕੁਐਸਚਨ ਟੈਗ ਹੈ। ਇਸੇ ਤਰ੍ਹਾਂ ਆਪਾਂ ਅੱਗੇ ਕੁਝ ਉਦਾਹਰਨਾਂ ਵੇਖਦੇ ਹਾਂ। ਨੰਬਰ 2, ਸ਼ੀ ਵਿਲ ਨਾਟ ਹੈਲਪ ਯੂ। ਸ਼ੀ ਵਿਲ ਨਾਟ ਹੈਲਪ ਯੂ ਵਿਲ ਸ਼ੀ। ਯੂ ਕੈਨ ਨਾਟ ਗੋ ਨਾਓ। ਯੂ ਕੈਨ ਨਾਟ ਗੋ ਨਾਓ ਕੈਨ ਯੂ। ਨੰਬਰ 4 ਤੇ ਆ ਗਿਆ ਦੇ ਬਿਹੇਵਡ ਵੈਲ। ਦੇ ਬਿਹੇਵਡ ਵੈਲ ਡਿਡ ਨਾਟ ਦੇ। ਨੰਬਰ 5 ਤੇ ਆ ਗਿਆ ਦੇ ਹੈਡ ਕਿਪਟ ਦੇਅਰ ਵਰਡ। ਅੱਗੇ ਦਾ ਆਂਸਰ ਆ ਗਿਆ ਦੇ ਹੈਡ ਕਿਪਟ ਦੇਅਰ ਵਰਡ ਹੈਡ ਨਾਟ ਦੇ। ਅੱਗੇ ਨੰਬਰ 3 ਤੇ ਆ ਗਿਆ ਇੰਪੈਰੇਟਿਵ ਸੈਂਟੈਂਸ। ਐਨ ਇੰਪੈਰੇਟਿਵ ਸੈਂਟੈਂਸ ਹੈਜ਼ ਰਿਕੁਐਸਟ, ਆਰਡਰ, ਕਮਾਂਡ, ਇਨਵੀਟੇਸ਼ਨ, ਆਫਰ, ਐਡਵਾਈਸ, ਫੋਰਬਿਡਨ ਐਟਸੈਟਰਾ। ਮਤਲਬ ਇਹਦੇ ਵਿੱਚ ਆ ਗਿਆ ਜਿਹੜੇ ਇੰਪੈਰੇਟਿਵ ਸੈਂਟੈਂਸ ਹੁੰਦੇ ਆ, ਇਸ ਵਿੱਚ ਪ੍ਰਾਰਥਨਾ, ਹੁਕਮ, ਸਿੱਖਿਆ, ਸਲਾਹ, ਮਨਾਹੀ ਅਤੇ ਸੱਦਾ ਆਦਿ ਦੇ ਭਾਵ ਪ੍ਰਗਟ ਕੀਤੇ ਜਾਂਦੇ ਹਨ। ਇਹਦੇ ਵਿੱਚ ਜਿਹੜਾ ਫਾਰਮੂਲਾ ਆਊਗਾ ਵਰਬ ਤੇ ਪਲੱਸ ਕੰਪਲੀਮੈਂਟ ਆ ਗਏ। ਇੱਕ ਗੱਲ ਯਾਦ ਰੱਖਣ ਵਾਲੀ ਹੈ, ਇਨ ਦੀਜ਼ ਸੈਂਟੈਂਸ ਸਬਜੈਕਟ ਯੂ ਇਜ਼ ਅੰਡਰਸਟੁੱਡ ਨਾਟ ਰਿਟਨ। ਇਹਦੇ ਵਿੱਚ ਧਿਆਨ ਦੇਣ ਵਾਲੀ ਗੱਲ ਆ, ਇਹਨਾਂ ਵਾਕਾਂ ਵਿੱਚ ਜਾਂ ਸੈਂਟੈਂਸਾਂ ਦੇ ਵਿੱਚ ਯੂ ਦਾ ਪ੍ਰਯੋਗ ਨਹੀਂ ਹੁੰਦਾ, ਇਹ ਅਕਸਰ ਛੁਪਿਆ ਹੋਇਆ ਹੁੰਦਾ ਹੈ। ਆਪਾਂ ਹੁਣ ਅੱਗੇ ਕੁਝ ਉਦਾਹਰਨਾਂ ਕਰਦੇ ਹਾਂ। ਨੰਬਰ 1 ਤੇ ਪਲੀਜ਼ ਸੇ ਮੀ, ਮੈਨੂੰ ਬਚਾਓ। ਨੰਬਰ 2 ਹੈਵ ਏ ਕੱਪ ਆਫ ਟੀ। ਨੰਬਰ 3 ਗੈਟ ਆਊਟ। ਨੰਬਰ 4 ਇੰਪਰੂਵ ਯੂਰ ਹੈਲਥ। ਨੰਬਰ 5 ਡੋਂਟ ਐਂਟਰ ਦਿਸ ਰੂਮ, ਤੁਸੀਂ ਇਸ ਰੂਮ ਵਿੱਚ ਨਾ ਆਓ। ਅੱਗੇ ਆ ਗਿਆ ਨੰਬਰ 4 ਤੇ ਆਪਟੇਟਿਵ ਸੈਂਟੈਂਸ। ਦੀਜ਼ ਸੈਂਟੈਂਸ ਐਕਸਪ੍ਰੈਸ ਏ ਵਿਸ਼ ਔਰ ਪ੍ਰੋਪਰ। ਇਸ ਸੈਂਟੈਂਸਾਂ ਦੇ ਵਿੱਚ ਕੀ ਹੁੰਦਾ, ਇੱਛਾ ਜਾਂ ਪ੍ਰਾਰਥਨਾ ਦਾ ਭਾਵ ਪ੍ਰਗਟ ਕੀਤਾ ਜਾਂਦਾ ਹੈ। ਅੱਗੇ ਇਹਦੀਆਂ ਆਪਾਂ ਕੁਝ ਉਦਾਹਰਨਾਂ ਕਰਦੇ ਹਾਂ। ਨੰਬਰ 1 ਤੇ ਮੇ ਯੂ ਗੈਟ ਸਕਸੈਸ। ਨੰਬਰ 2 ਤੇ ਮੇ ਗੋਡ ਗਿਵ ਯੂ ਸਟਰੈਂਥ, ਪ੍ਰਮਾਤਮਾ ਤੁਹਾਨੂੰ ਤਾਕਤ ਦੇਵੇ। ਨੰਬਰ 3 ਵੁੱਡ ਦੈਟ ਆਈ ਵਾਰ ਏ ਬਰਡ। ਨੰਬਰ 4 ਮੇ ਯੂ ਗੈਟ ਫਸਟ ਪੋਜੀਸ਼ਨ। ਨੰਬਰ 5 ਮੇ ਗੋਡ ਸੇਵ ਫਰੋਮ ਡੇਂਜਰ, ਪ੍ਰਮਾਤਮਾ ਤੁਹਾਨੂੰ ਖਤਰਿਆਂ ਤੋਂ ਬਚਾਵੇ। ਅੱਗੇ ਨੰਬਰ 5 ਤੇ ਆਪਾਂ ਕਰਦੇ ਹਾਂ ਐਕਸਕਲਾਮੇਟਰੀ ਸੈਂਟੈਂਸ। ਇਨ ਦੀਜ਼ ਸੈਂਟੈਂਸ ਏ ਸਟਰੋਂਗ ਐਕਸਪ੍ਰੈਸ਼ਨ ਆਫ ਵੰਡਰ, ਜੋਏ, ਸੋਰੋ, ਐਡਮਾਇਰੇਸ਼ਨ ਔਰ ਅਪੋਲੋਜੀ, ਗਰੀਫ ਐਟਸੈਟਰਾ। ਜਿਹੜੇ ਐਕਸਕਲਾਮੇਟਰੀ ਸੈਂਟੈਂਸ ਹੁੰਦੇ ਹਨ, ਇਹਨਾਂ ਵਿੱਚ ਹੈਰਾਨੀ, ਖੁਸ਼ੀ, ਦੁੱਖ, ਤਾਰੀਫ, ਮਾਫੀ ਆਦਿ ਦੇ ਭਾਵ ਪ੍ਰਗਟ ਕੀਤੇ ਜਾਂਦੇ ਹਨ। ਇਹਦੇ ਵਿੱਚ ਆਪਾਂ ਕੁਝ ਉਦਾਹਰਨਾਂ ਕਰਦੇ ਹਾਂ। ਨੰਬਰ 1 ਤੇ ਵਾਟ ਏ ਬਿਊਟੀਫੁਲ ਸੀਨ ਇਟ ਇਜ਼, ਤੇ ਅੰਤ ਵਿੱਚ ਆ ਗਿਆ ਸਾਈਨ ਆਫ ਇੰਟੈਰੋਗੇਸ਼ਨ, ਜਾਂ ਉਹਨੂੰ ਪੰਜਾਬੀ 'ਚ ਆਪਾਂ ਕਹਿ ਦਿੰਦੇ ਹਾਂ ਘੂਟਨੇ ਥੱਲੇ ਗੰਢਾ। ਇਹ ਇਹਦੀ ਖਾਸ ਨਿਸ਼ਾਨੀ ਹੈ, ਐਕਸਕਲਾਮੇਟਰੀ ਜਿਹੜੇ ਸੈਂਟੈਂਸਾਂ ਦੀ ਖਾਸ ਨਿਸ਼ਾਨੀ ਹੈ, ਯਾਦ ਰੱਖਣ ਵਾਲੀ ਗੱਲ ਹੈ। ਵਾਟ ਏ ਬਿਊਟੀਫੁਲ ਸੀਨ ਇਟ ਇਜ਼, ਵਾਹ ਕਿੰਨਾ ਸੁੰਦਰ ਦ੍ਰਿਸ਼ ਹੈ। ਨੰਬਰ 2 ਤੇ ਆ ਗਿਆ ਅਲਾਸ ਮਾਈ ਗ੍ਰੈਂਡ ਫਾਦਰ ਇਜ਼ ਨੋ ਮੋਰ, ਬੜੀ ਦੁੱਖ ਦੀ ਗੱਲ ਆ ਮੇਰੇ ਦਾਦਾ ਜੀ ਨਹੀਂ ਰਹੇ। ਨੰਬਰ 3 ਹੁਰਾ ਆਈ ਹੈਵ ਸਟੁੱਡ ਫਸਟ ਇਨ ਦਾ ਐਗਜ਼ਾਮ। ਨੰਬਰ 4 ਵਟ ਏ ਫੂਲ ਆਈ ਹੈਡ ਬਿਨ। ਨੰਬਰ 5 ਬਰੋਵੋ ਵੈਲ ਡਨ ਤੰਦੂਲਕਰ। ਅੱਗੇ ਆਪਾਂ ਕੁਝ ਸੈਂਟੈਂਸ ਇੱਕ ਦੂਜੇ 'ਚ ਚੇਂਜ ਕਰਦੇ ਹਾਂ। ਜਿਵੇਂ ਅਫਰਮੇਟਿਵ ਸੈਂਟੈਂਸ ਆ, ਇਹਨੂੰ ਆਪਾਂ ਨੈਗੇਟਿਵ ਦੇ ਵਿੱਚ ਚੇਂਜ ਕਰਕੇ ਵੇਖਦੇ ਹਾਂ। ਨੰਬਰ 1 ਤੇ ਸ਼ੀ ਇਜ਼ ਏ ਗੁੱਡ ਗਰਲ। ਸ਼ੀ ਇਜ਼ ਨਾਟ ਏ ਗੁੱਡ ਗਰਲ। ਨੰਬਰ 2 ਦੇ ਵੈਲ ਕੇਮ ਟੂਡੇ। ਦੇ ਵੈਲ ਨਾਟ ਕੇਮ ਟੂਡੇ। ਸ਼ੀ ਮੇ ਅਟੈਂਡ ਦਾ ਮੀਟਿੰਗ। ਸ਼ੀ ਮੇ ਨਾਟ ਅਟੈਂਡ ਦਾ ਮੀਟਿੰਗ। ਯੂ ਕੈਨ ਗੋ ਨਾਓ। ਯੂ ਕੈਨ ਨਾਟ ਗੋ ਨਾਓ। ਆਈ ਐਮ ਲਿਸਨਿੰਗ ਟੂ ਯੂ। ਆਈ ਐਮ ਨਾਟ ਲਿਸਨਿੰਗ ਟੂ ਯੂ। ਸ਼ੀ ਇਜ਼ ਏ ਬਿਗ ਹਾਊਸ। ਸ਼ੀ ਡਜ਼ ਨਾਟ ਏ ਬਿਗ ਹਾਊਸ। ਨੰਬਰ 7 ਦੇ ਹੈਡ ਏ ਫੈਕਟਰੀ। ਦੇ ਡਿਡ ਨਾਟ ਏ ਫੈਕਟਰੀ। ਨੰਬਰ 8 ਦਾ ਟ੍ਰੇਨ ਵੁੱਡ ਸਟਾਪ ਐਟ ਦਿਸ ਸਟੇਸ਼ਨ। ਅੱਗੇ ਆ ਗਿਆ ਦਾ ਟ੍ਰੇਨ ਵੁੱਡ ਨਾਟ ਸਟਾਪ ਐਟ ਦਿਸ ਸਟੇਸ਼ਨ।
ਨੰਬਰ 9 ਯੂ ਸ਼ੁੱਡ ਓਬੇ ਦਾ ਆਰਡਰ, ਯੂ ਸ਼ੁੱਡ ਨਾਟ ਓਬੇ ਦਾ ਆਰਡਰ। ਨੰਬਰ 10 ਵੀ ਕੈਨ ਸਿੰਗ ਟੂਗੈਦਰ, ਵੀ ਕੈਨ ਨਾਟ ਸਿੰਗ ਟੂਗੈਦਰ। ਅੱਗੇ ਆਪਾਂ ਜਿਹੜੇ ਅਸਰਟਿਵ ਸੈਂਟੈਂਸ ਆ ਇਹਨਾਂ ਨੂੰ ਇੰਟੈਰੋਗੇਟਿਵ ਸੈਂਟੈਂਸ ਵਿੱਚ ਬਦਲਣਾ, ਮਤਲਬ ਪ੍ਰਸ਼ਨਵਾਚਕ ਸੈਂਟੈਂਸ ਆ ਉਹਨਾਂ ਵਿੱਚ ਬਦਲਣਾ। ਨੰਬਰ 1 ਤੇ ਹੀ ਇਜ਼ ਏ ਡਾਕਟਰ, ਇਸ ਦਾ ਇੰਟੈਰੋਗੇਟਿਵ ਸੈਂਟੈਂਸ ਬਣ ਗਿਆ ਇਜ਼ ਹੀ ਏ ਡਾਕਟਰ, ਤੇ ਲਾਸਟ ਤੇ ਆ ਗਿਆ ਸਾਈਨ ਆਫ ਇੰਟੈਰੋਗੇਸ਼ਨ ਜਾਂ ਕੜਛੀ ਨੂੰ ਕਹਿ ਸਕਦੇ ਪੰਜਾਬੀ ਵਿੱਚ। ਨੰਬਰ 2 ਦ ਚਿਲਡਰਨ ਵਰ ਪਲੇਇੰਗ, ਵਰ ਦ ਚਿਲਡਰਨ ਪਲੇਇੰਗ। ਨੰਬਰ 3 ਹੀ ਇਜ਼ ਏ ਰੈਡੀ ਨਾਓ, ਇਜ਼ ਹੀ ਰੈਡੀ ਨਾਓ। ਨੰਬਰ 4 ਦੇ ਹੈਵ ਏ ਰਨ ਅਵੇ, ਹੈਵ ਦੇ ਏ ਰਨ ਅਵੇ। ਨੰਬਰ 5 ਸ਼ੀ ਬਲੀਵਜ਼ ਇਨ ਗੋਡ, ਡਜ਼ ਸ਼ੀ ਬਲੀਵਜ਼ ਇਨ ਗੋਡ। ਨੰਬਰ 6 ਵੀ ਵਨ ਦਾ ਮੈਚ, ਡਿਡ ਵੀ ਵਿਨ ਦਾ ਮੈਚ। ਹੀ ਵੈਲ ਸਟੈਂਡ ਫਸਟ, ਵੈਲ ਹੀ ਸਟੈਂਡ ਫਸਟ। ਸ਼ੀ ਮਸਟ ਫੀਲ ਸੌਰੀ, ਮਸਟ ਸ਼ੀ ਫੀਲ ਸੌਰੀ। ਅੱਗੇ ਕੁਝ ਗੱਲਾਂ ਧਿਆਨ ਰੱਖਣ ਵਾਲੀਆਂ। ਜੇਕਰ ਵਾਕਾਂ ਵਿੱਚ ਇਜ਼, ਐਮ, ਆਰ, ਵਾਜ਼, ਹੈਜ਼, ਹੈਵ, ਹੈਡ, ਵੈਲ, ਵੁੱਡ, ਕੈਨ, ਕੁੱਡ, ਸ਼ੈਲ, ਸ਼ੁੱਡ, ਮੇ, ਮਾਈਟ, ਮਸਟ, ਔਟ ਆਦਿ ਵਿੱਚੋਂ ਕੋਈ ਵੀ ਹੈਲਪਿੰਗ ਵਰਬ ਹੋਵੇਗਾ ਤਾਂ ਨੈਗੇਟਿਵ ਸੈਂਟੈਂਸ ਬਣਾਉਣ ਲਈ ਇਹਨਾਂ ਦੇ ਨਾਲ ਨੋਟ ਦਾ ਪ੍ਰਯੋਗ ਹੋਵੇਗਾ। ਇਸੇ ਤਰ੍ਹਾਂ ਜੇ ਇੰਟੈਰੋਗੇਟਿਵ ਹੈਲਪਿੰਗ ਵਰਬ ਨਾਲ ਬਣਾਉਣਾ ਤਾਂ ਇਜ਼, ਐਮ, ਆਰ, ਡੂ, ਡਜ਼ ਸੈਂਟੈਂਸ ਤੋਂ ਪਹਿਲਾਂ ਲੱਗੇਗਾ, ਸੈਂਟੈਂਸ ਤੇ ਸਾਰਿਆਂ ਨਾਲੋਂ ਪਹਿਲਾਂ ਆਵੇਗਾ। ਉਦੋਂ ਬਾਅਦ ਸਬਜੈਕਟ ਆਵੇਗਾ ਜਿਵੇਂ ਹੀ, ਸ਼ੀ, ਇਟ ਆਦਿ, ਤੇ ਲਾਸਟ ਦੇ ਵਿੱਚ ਸਾਈਨ ਆਫ ਇੰਟੈਰੋਗੇਸ਼ਨ ਆਵੇਗਾ। ਇਹ ਗੱਲ ਧਿਆਨ ਰੱਖਣ ਵਾਲੀ ਆ। ਤੇ ਜੇ ਇੰਟੈਰੋਗੇਟਿਵ ਸੈਂਟੈਂਸ ਵਿੱਚ ਨੋਟ ਆਵੇ ਤਾਂ ਜਿਵੇਂ ਇਜ਼ ਹੀ ਏ ਡਾਕਟਰ, ਜਿਵੇਂ ਇਜ਼, ਐਮ, ਆਰ ਜਾਂ ਕੋਈ ਵੀ ਆ ਹੈਲਪਿੰਗ ਵਰਬ ਉਹ ਪਹਿਲਾਂ ਆ ਗਿਆ ਤੇ ਇਸ ਤੋਂ ਬਾਅਦ ਹੀ ਸਬਜੈਕਟ ਆ, ਇਹ ਵਿਚਾਲੇ ਆਵੇਗਾ, ਇਸ ਤੋਂ ਬਾਅਦ ਨੋਟ ਆਵੇਗਾ। ਜਿਵੇਂ ਇਜ਼ ਹੀ ਨਾਟ ਏ ਡਾਕਟਰ ਤਾਂ ਲਾਸਟ ਤੇ ਆਊਗਾ ਸਾਈਨ ਆਫ ਇੰਟੈਰੋਗੇਸ਼ਨ ਸੈਂਟੈਂਸ। ਇਸੇ ਤਰ੍ਹਾਂ ਇਜ਼, ਐਮ, ਆਰ, ਹੈਜ਼, ਹੈਵ, ਡੂ, ਡਿਡ ਪਹਿਲਾਂ ਆਵੇਗਾ, ਫਿਰ ਸਬਜੈਕਟ ਆਵੇਗਾ ਤੇ ਇਸ ਤੋਂ ਬਾਅਦ ਨੋਟ ਦਾ ਪ੍ਰਯੋਗ ਹੋਵੇਗਾ ਇੰਟੈਰੋਗੇਟਿਵ ਨੈਗੇਟਿਵ ਸੈਂਟੈਂਸ ਦੇ ਵਿੱਚ। ਅੱਗੇ ਸਾਥੀਓ ਆਪਾਂ ਅਸਰਟਿਵ ਸੈਂਟੈਂਸ ਨੂੰ ਇੰਟੈਰੋਗੇਟਿਵ ਸੈਂਟੈਂਸ ਵਿੱਚ ਕਿਵੇਂ ਬਦਲਣਾ ਉਸ ਬਾਰੇ ਗੱਲਬਾਤ ਚੱਲ ਰਹੀ ਹੈ। ਤੇ ਹੁਣ ਆਪਾਂ ਜਿਹੜੇ WH ਵਾਲੇ ਆ ਸ਼ਬਦ ਆ ਉਹਨਾਂ ਨੂੰ ਆਪਾਂ ਕਿਵੇਂ ਵਰਤਣਾ ਇੰਟੈਰੋਗੇਟਿਵ ਸੈਂਟੈਂਸ ਦੇ ਵਿੱਚ। ਜਿਵੇਂ ਨੰਬਰ 1 ਤੇ ਮਾਈ ਫਰੈਂਡ ਲਿਵਜ਼ ਇਨ ਗੋਆ। ਨੰਬਰ 1 ਤੇ ਆ ਗਿਆ ਵੇਅਰ ਡਜ਼ ਯੂਅਰ ਫਰੈਂਡ ਲਿਵ। ਨੰਬਰ 2 ਸ਼ੀ ਵਾਜ਼ ਲੇਟ ਯਸਟਰਡੇ, ਹੂ ਵਾਜ਼ ਲੇਟ ਯਸਟਰਡੇ। ਨੰਬਰ 3 ਦਿਸ ਇਜ਼ ਆਵਰ ਹਾਊਸ, ਹੂਜ਼ ਹਾਊਸ ਇਜ਼ ਦਿਸ। ਦਾ ਬੁੱਕ ਵਿਦ ਰੈੱਡ ਕਵਰ ਇਜ਼ ਮਾਈਨ, ਵਿਚ ਬੁੱਕ ਇਜ਼ ਯੂਅਰਜ਼। ਨੰਬਰ 5 ਆਈ ਨੀਡ 5 ਬੈਂਚਸ, ਹਾਊ ਮੈਨੀ ਬੈਂਚਸ ਡੂ ਯੂ ਨੀਡ। ਆਈ ਵਾਂਟ ਟੂ ਹੈਲਪ ਦਾ ਪੂਅਰ, whom do you want to help? ਨੰਬਰ 7 I see a film once a week, how often do you see a film? ਨੰਬਰ 8 they are crying out of pain, why they are crying? ਨੰਬਰ 9 the received us with love, how did they receive you? ਸਾਥੀਓ ਇੱਕ ਗੱਲ ਯਾਦ ਰੱਖਣ ਵਾਲੀ ਆ, ਡੂ, ਡਜ਼, ਇਜ਼, ਐਮ, ਆਰ ਜਿੰਨੇ ਵੀ ਸਾਰੇ ਹੈਲਪਿੰਗ ਵਰਬ ਆ ਉਹ WH ਵਾਲੇ ਜਿਹੜੇ ਹੈਲਪਿੰਗ ਵਰਬ ਆ ਉਹਨਾਂ ਤੋਂ ਬਾਅਦ ਆਉਣਗੇ। ਜਿੰਨੇ ਵੀ WH ਵਾਲੇ ਆ ਹੈਲਪਿੰਗ ਵਰਬ ਆ ਉਹਨਾਂ ਤੋਂ ਬਾਅਦ ਆਉਣਗੇ। ਉਸ ਤੋਂ ਬਾਅਦ ਸਬਜੈਕਟ ਆਊਗਾ ਤੇ ਇਸ ਤੋਂ ਬਾਅਦ ਬਾਕੀ ਦਾ ਸੈਂਟੈਂਸ ਆਵੇਗਾ ਤੇ ਲਾਸਟ ਦੇ ਉੱਤੇ ਸਾਈਨ ਆਫ ਇੰਟੈਰੋਗੇਸ਼ਨ ਆਊਗਾ। ਅੱਗੇ ਸਾਥੀਓ ਆਪਾਂ ਅਸਰਟਿਵ ਸੈਂਟੈਂਸ ਨੂੰ ਐਕਸਕਲਾਮੇਟਰੀ ਸੈਂਟੈਂਸ ਵਿੱਚ ਬਦਲਣ ਬਾਰੇ ਗੱਲਬਾਤ ਕਰਾਂਗੇ। ਨੰਬਰ 1 ਤੇ ਇਟ ਇਜ਼ ਏ ਵੈਰੀ ਚਾਰਮਿੰਗ ਸਾਈਟ, ਵਟ ਏ ਚਾਰਮਿੰਗ ਸਾਈਟ ਤੇ ਲਾਸਟ ਤੇ ਆ ਗਿਆ ਸਾਈਨ ਆਫ ਐਕਸਕਲਾਮੇਟਰੀ। ਅੱਗੇ ਆ ਗਿਆ ਨੰਬਰ 2 ਤੇ ਰੂਬੀ ਸੈਂਗ ਵੈਰੀ ਵੈਲ। ਨੰਬਰ 2 ਤੇ ਹਾਊ ਵੈਲ ਰੂਬੀ ਸੈਂਗ ਤੇ ਲਾਸਟ ਤੇ ਸਾਈਨ ਆਫ ਐਕਸਕਲਾਮੇਟਰੀ। ਨੰਬਰ 3 ਆਈ ਵਿਸ਼ ਟੂ ਬੀ ਏ ਮਿਲੀਨੀਅਰ, ਵੁੱਡ ਦੈਟ ਆਈ ਵਾਰ ਏ ਮਿਲੀਨੀਅਰ।
It is very sad that the old man is dead. Alas, the old man is dead. Number 5, the boy was very clever. How clever the boy was. ਅੱਗੇ ਤੁਸੀਂ ਆਪਣੇ ਆਪ ਪ੍ਰੈਕਟਿਸ ਦੇ ਰਾਹੀਂ ਸੈਂਟੈਂਸ ਨੂੰ ਤੁਸੀਂ ਚੇਂਜ ਕਰਨਾ। ਇਹਦੇ ਵਿੱਚ ਐਸਰੇਟਿਵ, ਇੰਟਰੋਗੇਟਿਵ, ਇੰਪੈਰੇਟਿਵ, ਆਪਟੇਟਿਵ ਤੇ ਐਕਸਕਲੇਮੇਟਰੀ। ਨੰਬਰ 1 ਤੇ ਡੋਂਟ ਵੇਸਟ ਦਾ ਟਾਈਮ। ਨੰਬਰ 2, who helps you in your studies? Honesty is best policy. May you achieve your goal. What can I do for you? Neither lend nor borrow. What a horrible sight. Books are our best friend. Hurrah, it is a holiday tomorrow. How stupid of me to do this act. Number 11, do you have ਸੈਲਫ ਕੌਨਫੀਡੈਂਸ। ਅੱਗੇ ਸਾਥੀਓ ਤੁਹਾਨੂੰ ਪ੍ਰੈਕਟਿਸ ਦੇ ਲਈ ਕੁਝ ਸੈਂਟੈਂਸ ਦੇ ਰਿਹਾ। ਪਹਿਲੇ ਨੰਬਰ 'ਤੇ ਹੈਗੇ ਆ, ਤੁਸੀਂ ਨੈਗੇਟਿਵ ਸੈਂਟੈਂਸ ਦੇ ਵਿੱਚ ਬਦਲਣਾ। ਨੰਬਰ 1, ਯੂ ਕੈਨ ਅਚੀਵ ਐਨੀਥਿੰਗ। ਨੰਬਰ 2, ਪੀਪਲ ਰਿਸਪੈਕਟ ਦਾ ਬਰੇਵ। ਨੰਬਰ 3, ਪ੍ਰਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਨੰਬਰ 4, ਦਾ ਮੇਨ ਗੇਟ ਵਾਜ਼ ਲੋਕਡ। ਨੰਬਰ 5, ਸ਼ੀ ਵੈਲ ਕੇਮ ਟੂਡੇ। ਨੰਬਰ 6, ਵੀ ਸ਼ੁੱਡ ਹੈਲਪ ਆਲ ਪੀਪਲ। ਅੱਗੇ ਆ ਗਿਆ, ਤੁਸੀਂ ਇੰਟਰੋਗੇਟਿਵ ਸੈਂਟੈਂਸ ਦੇ ਵਿੱਚ ਚੇਂਜ ਕਰਨਾ। ਨੰਬਰ 1, ਦਾ ਪੇਸ਼ੈਂਟ ਕੈਨ ਬੀ ਸੇਵਡ। ਨੰਬਰ 2, ਸ਼ੀ ਕੀਪਸ ਏ ਸਮਾਈਲਿੰਗ ਫੇਸ। ਨੰਬਰ 3, ਮਾਈ ਮਦਰ ਗੇਵ ਮੀ ਏ ਗੁੱਡ ਐਡਵਾਈਸ। ਨੰਬਰ 4, ਸ਼ੀ ਇਜ਼ ਏ ਗੁੱਡ ਟੀਚਰ। ਨੰਬਰ 5, ਹੀ ਵਾਜ਼ ਆਨਰਡ for his honesty. Number 6, an accident took place yesterday. ਅੱਗੇ ਆ ਗਿਆ, ਤੁਸੀਂ ਕੁਐਸਚਨ ਟੈਗ ਲਾਉਣੇ ਆ। ਜਿੰਨੇ ਵੀ ਆ ਥੱਲੇ ਦਿੱਤੇ ਹੋਣੇ ਆ 6 ਦੇ 6 ਸੈਂਟੈਂਸ, ਇਹਨਾਂ ਤੇ ਤੁਸੀਂ ਕੁਐਸਚਨ ਟੈਗ ਲਾਉਣੇ ਆ। ਨੰਬਰ 1, ਗੋਡ ਸਟੂਡੈਂਟ ਮੇਕ ਏ ਗੁੱਡ ਨੇਸ਼ਨ। ਨੰਬਰ 2, nobody trust a liar. ਨੰਬਰ 3, she behaved nicely. ਨੰਬਰ 4, we cannot forget you. ਨੰਬਰ 5, fear is a weakness. ਨੰਬਰ 6, a horse was power. ਸਾਥੀਓ ਇਹ ਸੀ ਕਾਈਂਡਸ ਆਫ ਸੈਂਟੈਂਸ, ਸੈਂਟੈਂਸਾਂ ਦੀਆਂ ਕਿਸਮਾਂ। ਸੈਂਟੈਂਸ ਕਿੰਨੀ ਤਰ੍ਹਾਂ ਦੇ ਸੀ, ਇਸ ਵੀਡੀਓ ਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਹੋਈ ਹੈ। ਇਸ ਵੀਡੀਓ ਨੂੰ ਪੂਰੀ ਤਰ੍ਹਾਂ ਜ਼ਰੂਰ ਸੁਣੋ ਅਤੇ ਇਸ ਨਾਲ ਤੁਹਾਡੀ ਕਾਫੀ ਸਾਰੀ ਅੰਗਰੇਜ਼ੀ ਇੰਪਰੂਵ ਹੋਵੇਗੀ। ਸਾਥੀਓ ਅਗਲੇ ਜਿਹੜਾ ਪਾਰਟ ਹੋਊਗਾ ਗ੍ਰਾਮਰ ਦਾ, ਉਹਦੇ ਵਿੱਚ ਪਾਰਟਸ ਆਫ ਸਪੀਚ ਕਰਾਂਗੇ। ਅਤੇ ਜੇ ਤੁਹਾਨੂੰ ਇਹ ਮੇਰੀ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਧੰਨਵਾਦ ਸਾਥੀਓ, ਮਿਲਦੇ ਹਾਂ ਅਗਲੀ ਵੀਡੀਓ ਵਿੱਚ।